10-15 ਮਿੰਟ ਤੁਸੀਂ ਦੇਖਿਆ ਹੈ ਨਾ, ਕੈਬਨ 'ਚ ਮੁੰਡਾ ਆ ਰਿਹਾ ਸੀ, ਮੰਨ ਕੇ ਚਲੋ ਉਹਦੀ ਡਰਿੰਕ ਵੀ ਕੀਤੀ ਹੋਈ ਸੀ, ਉਹ ਬਦਤਮੀਜੀ ਤੇ ਥੋੜਾ ਜਿਹਾ ਉਤਰਿਆ ਹੋਇਆ ਸੀ ਉਹ। ਕੰਮ ਤਾਂ ਤੁਸੀਂ ਵੀ ਸੇਮ ਕਰਦੇ ਹੋ, ਪਰ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਜੋ ਉਹਨਾਂ ਨੂੰ ਇੱਜ਼ਤ ਮਿਲਦੀ ਸੇਮ ਤੁਹਾਨੂੰ ਉਹ ਮਿਲਦੀ ਹੈ? ਸਾਡਾ ਦਿਲ ਤਾਂ ਬਹੁਤ ਕਰਦਾ ਜੀ, ਕਿਉਂ ਅਸੀਂ ਵੀ ਰੂਹ ਤੋਂ ਕੰਮ ਕਰਦੇ ਹਾਂ, ਅਸੀਂ ਦਿਲੋਂ ਕੰਮ ਕਰਦੇ ਹਾਂ, ਤੇ ਸਾਡਾ ਵੀ ਦਿਲ ਕਰਦਾ ਸਾਨੂੰ ਆ ਕੇ ਕੋਈ ਰਿਸਪੈਕਟ ਕਰੇ। ਸਾਡੇ ਲਈ ਤਾਂ ਇਹੀ ਹੈ ਜੀ, ਸਾਨੂੰ ਰੋਟੀ ਮਿਲ ਰਹੀ ਹੈ ਕੰਮ ਤੋਂ। ਦਿਲ ਬਹੁਤ ਕਰਦਾ ਵੀ ਇਹ ਲਾਈਨ ਛੱਡ ਕੇ ਅਸੀਂ ਵਧੀਆ ਕੋਈ ਕੰਮ ਕਰ ਲਈਏ ਹੈ ਨਾ, ਜੋਬ ਕਰ ਲਈਏ, ਪਰ ਉਹਦੇ ਲਈ ਸਾਨੂੰ ਪੈਸਾ ਵੀ ਚਾਹੀਦਾ। ਜੇ ਤੁਹਾਨੂੰ ਲੱਗਦਾ ਹੈ ਕਿ ਮੈਂ ਵਧੀਆ ਕਰ ਰਿਹਾ ਤਾਂ ਤੁਹਾਨੂੰ ਲੱਗਦਾ ਹੈ ਕਿ ਇਹ ਕੰਮ ਮਾੜਾ ਹੈ? ਨਹੀਂ, ਮੇਰੇ ਲਈ ਕੋਈ ਮਾੜਾ ਨਹੀਂ, ਪਰ ਜਿਹੜੀ ਮੰਨ ਕੇ ਚਲੋ ਸਮਾਜ ਆ, ਆਡੀਅנס ਆ, ਉਹਨਾਂ ਦੀ ਨਿਗਾਹ 'ਚ ਅਸੀਂ ਬਹੁਤ ਜ਼ਿਆਦਾ ਮਾੜੇ ਹਾਂ। ਮੇਰੇ ਜੀਜਾ ਜੀ ਨੇ, ਠੀਕ ਹੈ, ਉਹਨਾਂ ਨੂੰ ਇਹਨਾਂ ਨੂੰ ਪਤਾ ਨਹੀਂ ਸੀ ਮੈਂ ਇਹ ਕੰਮ ਕਰਦਾ, ਠੀਕ ਹੈ। ਮੰਨ ਕੇ ਚਲੋ ਮੇਰੀ ਰਿਸ਼ਤੇਦਾਰੀਆਂ ਇੱਦਾਂ ਦੀਆਂ ਕੁਛ ਨੇ, ਮੇਰਾ ਫਰੈਂਡ ਸਰਕਲ ਸੀ, ਉਹਨਾਂ ਨੂੰ ਬਿਲਕੁਲ ਨਹੀਂ ਪਤਾ ਸੀ ਮੈਂ ਇਹ ਲਾਈਨ 'ਚ ਹਾਂ। ਗਲਤੀਆਂ ਵੀ ਹੋਣਗੀਆਂ, ਮੁਸ਼ਕਿਲਾਂ ਵੀ ਆਉਣਗੀਆਂ, ਰੁਕਾਵਟਾਂ ਵੀ ਹੋਣਗੀਆਂ, ਪਰ ਤੁਸੀਂ ਚੁੱਪ-ਚੁਪੀਤੇ ਮਿਹਨਤ ਕਰੀ ਜਾਓ, ਸਫਲਤਾ ਜੋ ਹੈ ਇੱਕ ਦਿਨ ਰੋਲਾ ਪਾਵੇਗੀ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡੇ ਨਾਲ ਪ੍ਰਿਆ। ਤੇ ਕਹਿੰਦੇ ਨੇ ਕਿ ਲਾਈਫ ਦੇ ਵਿੱਚ ਹਰ ਕੋਈ ਆਪਣਾ ਪੇਟ ਪਾਲਣ ਦੇ ਲਈ ਕੰਮ ਕਰਦਾ ਹੈ। ਕੰਮ ਕੋਈ ਛੋਟਾ ਹੁੰਦਾ ਹੈ, ਕੋਈ ਵੱਡਾ ਹੁੰਦਾ ਹੈ ਦੂਸਰਿਆਂ ਦੀ ਨਜ਼ਰਾਂ ਦੇ ਵਿੱਚ, ਪਰ ਆਪਣੀ ਨਜ਼ਰਾਂ ਦੇ ਵਿੱਚ ਜਦੋਂ ਸਾਨੂੰ ਲੱਗਦਾ ਹੈ ਕਿ ਅਸੀਂ ਸਹੀ ਰਸਤਾ ਚੁਣਿਆ ਹੈ, ਅਸੀਂ ਆਪਣੇ ਪੇਟ ਦੇ ਲਈ ਸਹੀ ਕੰਮ ਕਰ ਰਹੇ ਹਾਂ, ਤੇ ਦੂਸਰਿਆਂ ਦਾ ਪਰਵਾਹ ਜੋ ਹੈ ਬਹੁਤਾ ਨਹੀਂ ਕਰਨੀ ਚਾਹੀਦੀ। ਮੇਰੇ ਨਾਲ ਮੌਜੂਦ ਨੇ ਕਾਜਲ ਤੇ ਵੀਤ, ਜਿਨ੍ਹਾਂ ਨੂੰ ਅੱਜ ਕੱਲ੍ਹ ਤੁਸੀਂ ਜੋ ਹੈ ਬਲਾਸਟਰ ਜੋੜੀ ਦੇ ਨਾਮ ਤੋਂ ਜਾਣਦੇ ਹੋ, ਬਹੁਤ ਪੋਪੂਲਰ ਹੋ ਚੁੱਕੇ ਨੇ ਇਹ। ਪਰ ਇਹਨਾਂ ਦੀ ਬਾਹਰਲੀ ਦੁਨੀਆ ਨੂੰ ਤੁਸੀਂ ਦੇਖਦੇ ਹੋ, ਨੱਚਦੇ ਵੇਖਦੇ ਹੋ, ਬਹੁਤ ਸਾਰੇ ਸਵਾਲ ਮਨ ਦੇ ਵਿੱਚ ਆਉਂਦੇ ਹੋਣਗੇ ਕਿ ਇਹ ਕੌਣ ਨੇ, ਕਿਵੇਂ ਨੇ, ਕਿਹੋ ਜਿਹੀ ਲਾਈਫ ਜਿਉਂਦੇ ਨੇ। ਸੋ ਉਹਨਾਂ ਸਾਰੇ ਸਵਾਲਾਂ ਦਾ ਜਵਾਬ ਅੱਜ ਦੇਵਾਂਗੇ। ਸ਼ਾਮ ਹੋ ਚੁੱਕਿਆ ਹੈ, ਮੁਲਾਕਾਤ ਦਾ ਸਮਾਂ ਜਿਹੜਾ ਸੀਗਾ ਉਹ ਥੋੜਾ ਪਹਿਲਾਂ ਸੀਗਾ, ਪਰ ਇਹ ਸ਼ੋਅ ਦੇ ਵਿੱਚ ਬਿਜ਼ੀ ਸੀਗੇ, ਜਿਸ ਕਰਕੇ ਸ਼ਾਮ ਹੋ ਚੁੱਕੀ ਹੈ। ਵੀਡੀਓ ਜਦੋਂ ਤੱਕ ਬਣ ਕੇ ਅਪਲੋਡ ਹੋਏਗੀ ਉਦੋਂ ਜੋ ਹੈ ਸ਼ਾਇਦ ਦੁਪਹਿਰ ਨੂੰ ਇਹ ਵੀਡੀਓ ਅਪਲੋਡ ਹੋਵੇ ਅਗਲੇ ਦਿਨ, ਤੇ ਤੁਹਾਨੂੰ ਉਦੋਂ ਮਿਲੇਗੀ। ਸਭ ਤੋਂ ਪਹਿਲਾਂ ਵੀਤ ਐਂਡ ਕਾਜਲ, ਸਭ ਤੋਂ ਪਹਿਲਾਂ ਤਾਂ ਨੇਸ਼ਨ ਪੋਸਟ ਤੇ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਨੂੰ ਸਿੱਧਾ ਪ੍ਰੋਗਰਾਮ ਤੋਂ ਲੈ ਕੇ ਆਈ ਹਾਂ। ਮੈਨੂੰ ਲੱਗਦਾ ਨਹੀਂ ਕਿ ਮੈਨੂੰ ਲਾਈਫ ਪੁੱਛਣੀ ਚਾਹੀਦੀ ਹੈ ਕਿ ਕਿਹੋ ਜਿਹੀ ਤੁਹਾਡੀ ਲਾਈਫ ਹੈ, ਪਰ ਜਿਹੜੇ ਲੋਕ ਤੁਹਾਨੂੰ ਸਿਰਫ ਦੇਖਦੇ ਨੇ, ਰੰਗੀਨ ਦੁਨੀਆ ਦੇ ਵਿੱਚ ਨੱਚਦੇ ਦੇਖਦੇ ਨੇ, ਉਹਨਾਂ ਨੂੰ ਦੱਸੋ ਕਿ ਇਹ ਪਰਫਾਰਮੈਂਸ ਤੁਸੀਂ ਦੇ ਕੇ ਆਉਂਦੇ ਹੋ, ਪੈਸੇ ਵੀ ਲੈਂਦੇ ਹੋ, ਪਰ ਇੱਕ ਸੈਲਫ ਰਿਸਪੈਕਟ ਉੱਥੇ ਕਿੰਨੀ ਕੁ ਮਿਲਦੀ ਹੈ ਤੁਹਾਨੂੰ? ਤੁਸੀਂ ਵੈਸੇ ਅੱਜ ਗਏ ਹੋਵੋਗੇ ਹੈ ਨਾ, ਤੁਸੀਂ ਬੈਠੇ ਹੋ 10-15 ਮਿੰਟ ਤੁਸੀਂ ਦੇਖਿਆ ਹੈ ਨਾ, ਕੈਬਨ 'ਚ ਮੁੰਡਾ ਆ ਰਿਹਾ ਸੀ, ਮੰਨ ਕੇ ਚਲੋ ਉਹਦੀ ਡਰਿੰਕ ਵੀ ਕੀਤੀ ਹੋਈ ਸੀ, ਉਹ ਬਦਤਮੀਜੀ ਤੇ ਥੋੜਾ ਜਿਹਾ ਉਤਰਿਆ ਹੋਇਆ ਸੀ, ਉਹ ਕਹਿ ਰਿਹਾ ਸੀ ਲੜਕੇ ਨੂੰ ਭੇਜੋ, ਇੱਦਾਂ ਕਰੋ ਹੈ ਨਾ। ਮੈਂ ਉਹਨਾਂ ਨੂੰ ਕਿਵੇਂ ਟਾਲ ਰਿਹਾ ਸੀ ਵੀਰਾ ਵੀਰਾ ਕਰਕੇ, ਤੇ ਇੱਕ ਬਜ਼ੁਰਗ ਆ ਰਿਹਾ, ਉਹ ਮੇਰੀ ਇੰਨੀ ਰਿਸਪੈਕਟ ਕਰਕੇ ਮੈਨੂੰ ਖੁਦ ਇਨਾਮ ਦੇ ਕੇ ਜਾ ਰਿਹਾ, ਬੇਟਾ ਵੀ ਤੁਹਾਡੇ ਵਰਗੀ ਜੋੜੀ ਬਹੁਤ ਸੋਹਣੀ ਆ, ਬਹੁਤ ਸੋਹਣਾ ਕੰਮ ਕਰਕੇ ਗਏ ਹੋ ਹੈ ਨਾ ਤੁਸੀਂ। ਤੇ ਅਸੀਂ ਖੁਦ ਉਸ ਟਾਈਮ ਇਹ ਫੀਲ ਕਰ ਦਿੰਦੇ ਵੀ ਜਲਦੀ ਜਲਦੀ ਨਿਕਲੀਏ। ਤੁਸੀਂ ਇਹ ਵੀ ਦੇਖਿਆ, ਕਈਆਂ ਨੇ ਮੈਨੂੰ ਨਾ, ਕਈ ਸਾਨੂੰ ਕਹਿ ਦਿੰਦੇ ਇਹ ਆਏ ਆ, ਖਾਂਦੇ ਪੀਂਦੇ ਨੇ ਹੈ ਨਾ, ਪੂਰਾ ਰੱਜ ਕੇ ਰਹਿੰਦੇ ਨੇ, ਵਿਆਹ 'ਚ ਰਹਿੰਦੇ ਨੇ। ਤੁਸੀਂ ਅੱਜ ਦੇਖਿਆ ਹੋਊਗਾ ਅਸੀਂ ਉੱਥੋਂ ਭੁੱਖੇ ਆਏ ਹਾਂ, ਠੀਕ ਹੈ, ਖੁਦ ਭੁੱਖੇ ਚੱਲ ਕੇ ਆਏ ਹਾਂ ਅਸੀਂ। ਸੁਬਾਹ ਦਾ ਕੁਛ ਖਾਧਾ ਨਹੀਂ ਸੀ, ਤੇ ਨਾ ਹੀ ਕੁਛ ਆਇਆ ਖਾਣ ਨੂੰ ਉੱਥੇ ਸਾਡੇ ਕੋਲੇ, ਤੇ ਖੁਦ ਤੁਸੀਂ ਫੀਲ ਕਰਿਆ ਹੋਊਗਾ ਉੱਥੇ ਵੀ ਅਸੀਂ ਬਿਨਾਂ ਕੁਛ ਖਾਧੇ ਪੀਤੇ ਉੱਥੋਂ ਗੱਡੀ 'ਚੋਂ ਆ ਗਏ। ਕਿਉਂ? ਸਾਨੂੰ ਜ਼ਿਆਦਾ ਡਿਸਟਰਬ ਕਰ ਰਹੇ ਸੀ ਲੋਕ, ਆ ਕੇ ਹਰਟ ਕਰ ਰਹੇ ਸੀ ਵੀ ਇਹ ਜਲਦੀ ਜਲਦੀ ਸਟੇਜ 'ਤੇ ਆਉਣ, ਇਹਨਾਂ ਨੂੰ ਤੰਗ ਕਰੀਏ, ਇੱਦਾਂ ਦਾ ਕੁਛ ਬਹੁਤ ਜ਼ਿਆਦਾ ਫੀਲ ਕਰਿਆ। ਵੀਰੇ, ਜੇ ਗੱਲ ਕੀਤੀ ਜਾਵੇ ਤੇ ਜਿਹੜੇ ਫਿਲਮਾਂ ਦੇ ਵਿੱਚ ਨੱਚਦੇ ਨੇ, ਅਸੀਂ ਉਹਨਾਂ ਨੂੰ ਜੋ ਹੈ ਡਾਂਸਰ ਬੋਲਦੇ ਹਾਂ, ਅਸੀਂ ਉਹਨਾਂ ਨੂੰ ਸੁਪਰਸਟਾਰ ਬਣਾ ਦਿੰਦੇ ਹਾਂ, ਜੋ ਬਹੁਤ ਮਸ਼ਹੂਰ ਹੋ ਜਾਂਦੇ ਨੇ, ਅਸੀਂ ਉਹਨਾਂ ਦੇ ਆਟੋਗ੍ਰਾਫ ਲੈਂਦੇ ਹਾਂ, ਉਹਨਾਂ ਦੇ ਨਾਲ ਸੈਲਫੀਆਂ ਖਿਚਾਉਂਦੇ ਹਾਂ। ਕੰਮ ਤਾਂ ਤੁਸੀਂ ਵੀ ਸੇਮ ਕਰਦੇ ਹੋ, ਪਰ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਜੋ ਉਹਨਾਂ ਨੂੰ ਇੱਜ਼ਤ ਮਿਲਦੀ ਸੇਮ ਤੁਹਾਨੂੰ ਉਹ ਮਿਲਦੀ ਹੈ? ਸਾਡਾ ਦਿਲ ਤਾਂ ਬਹੁਤ ਕਰਦਾ ਜੀ, ਕਿਉਂ ਅਸੀਂ ਵੀ ਰੂਹ ਤੋਂ ਕੰਮ ਕਰਦੇ ਹਾਂ, ਅਸੀਂ ਦਿਲੋਂ ਕੰਮ ਕਰਦੇ ਹਾਂ, ਤੇ ਸਾਡਾ ਵੀ ਦਿਲ ਕਰਦਾ ਸਾਨੂੰ ਆ ਕੇ ਕੋਈ ਰਿਸਪੈਕਟ ਕਰੇ, ਪਿਕਚਰ ਵਗੈਰਾ ਖਿਚਾਵੇ ਸਾਡੇ ਨਾਲ ਹੈ ਨਾ। ਮੰਨ ਕੇ ਚਲੋ ਵੀ ਜਿੰਨਾ ਕੁ ਅਸੀਂ ਦਿਲੋਂ ਕਰਦੇ ਹਾਂ, ਇੰਨੀ ਕੁ ਸੈਲਫ ਰਿਸਪੈਕਟ ਸਾਡੇ ਨਾਲ ਜੇ ਕੋਈ ਕਰ ਵੀ ਜਾਵੇ ਨਾ ਇਨਜਾਨ ਵਕਤੀ, ਸਾਨੂੰ ਪਤਾ ਵੀ ਸਾਨੂੰ ਕਿੰਨੀ ਖੁਸ਼ੀ ਮਿਲਣੀ ਹੈ ਦਿਲ ਨੂੰ। ਕਾਜਲ, ਜਿੰਨਾ ਸੋਹਣਾ ਤੁਸੀਂ ਨੱਚਦੇ ਹੋ, ਭੰਗੜਾ ਪਾਉਂਦੇ ਹੋ, ਮੈਂ ਤੁਹਾਡੀ ਵੀਡੀਓਜ਼ ਦੇਖੀਆਂ ਨੇ, ਉਸ ਤੋਂ ਬਾਅਦ ਮੈਨੂੰ ਲੱਗਾ ਕਿ ਮੈਂ ਤੁਹਾਡੀ ਜਾਣਨਾ ਚਾਹੂੰਗੀ ਲਾਈਫ ਦੇ ਬਾਰੇ ਹੈ ਨਾ। ਜਿਹੋ ਜਿਹਾ ਭੰਗੜਾ ਪਾਉਂਦੇ ਹੋ ਤੁਸੀਂ, ਟੀਵੀ ਤੇ ਜਦੋਂ ਕਿਸੇ ਨੂੰ ਦੇਖਦੇ ਹੋ ਤਾਂ ਤੁਹਾਡਾ ਮਨ ਬੜਾ ਖੁਸ਼ ਹੁੰਦਾ ਹੋਏਗਾ ਨਾ ਕਿ ਮੈਂ ਇਸ ਨੂੰ ਟੀਵੀ ਤੇ ਦੇਖਦੀ ਹਾਂ, ਮੈਂ ਵੀ ਇਸ ਤੋਂ ਮਤਲਬ ਵਧੀਆ ਨੱਚ ਸਕਦੀ ਹਾਂ। ਪਰ ਜਦੋਂ ਉਹਨਾਂ ਨੂੰ ਤੁਹਾਡੇ ਨਾਲ ਖੜਾ ਕਰ ਦਿੱਤਾ ਜਾਏਗਾ, ਤੁਹਾਨੂੰ ਲੱਗਦਾ ਕਿ ਤੁਹਾਨੂੰ ਦੋਨਾਂ ਨੂੰ ਇਕੁਅਲ ਲੋਕ ਪਛਾਣਨਗੇ, ਇਕੁਅਲ ਤੁਹਾਨੂੰ ਦੋਨਾਂ ਨੂੰ ਪਿਆਰ ਮਿਲੇਗਾ?
ਨਹੀਂ ਮੈਨੂੰ ਲੱਗਦਾ, ਕਿਉਂਕਿ ਪਤਾ ਕੀ ਆ, ਅਸੀਂ ਮਤਲਬ ਕਿ ਸਟੇਜ ਤੇ ਨੱਚਦੇ ਹਾਂ, ਉਹ ਫਿਰ ਵੀ ਟੀਵੀ ਸੀਰੀਅਲਸ ਵਗੈਰਾ ਤੇ ਆਉਂਦੇ ਆ। ਅਸੀਂ ਮਤਲਬ ਮਿਹਨਤ ਵੀ ਬਹੁਤ ਕਰਦੇ ਆ, ਇਦਾਂ ਨਹੀਂ ਹੈਗਾ ਕਿ ਚਲੋ ਹੁਣ ਤਾਂ ਲੋਕ ਸਾਨੂੰ ਜਾਣਨ ਲੱਗ ਗਏ, ਥੋੜਾ ਬਹੁਤਾ ਮਤਲਬ ਕਿ ਰਿਸਪੈਕਟ ਮਿਲੀ ਆ, ਆਡੀਅנס ਵੱਲੋਂ ਵੀ ਮਿਲੀ ਆ, ਤੇ ਹੁਣ ਸਾਨੂੰ ਸ਼ੋਅ ਤੇ ਵੀ ਰਿਸਪੈਕਟ ਮਿਲਣ ਲੱਗ ਗਈ ਆ। ਇਦਾਂ ਨਹੀਂ ਹੈਗਾ ਕਿ ਸਾਰੇ ਬਦਤਮੀਜ਼ੀ ਕਰਦੇ ਨੇ, ਬਟ ਮਤਲਬ ਹੁਣ ਥੋੜਾ ਜਿਵੇਂ ਦਾ ਪਿਆਰ ਮਿਲਦਾ ਸਾਨੂੰ ਖੁਸ਼ੀ ਹੁੰਦੀ ਆ ਕਿ ਹਾਂ ਬਈ ਹੁਣ ਸਾਨੂੰ ਵੀ ਲੋਕ ਜਾਣਨ ਲੱਗਿਆ, ਇੱਜ਼ਤ ਦਿੰਦੇ ਆ, ਰਿਸਪੈਕਟ ਕਰਦੇ ਨੇ। ਬੜਾ ਮੈਨੂੰ ਲੱਗਦਾ ਕਿ ਆਪਾਂ ਨਾ ਗਲਤ ਟਰੈਕ ਤੋਂ ਸ਼ੁਰੂ ਕਰ ਲਿਆ ਕੁਐਸਚਨ ਮਾਰਕ। ਮੈਂ ਚਾਹੂੰਗੀ ਕਿ ਬਹੁਤ ਅੱਛਾ ਅਸੀਂ ਨੈਗੇਟਿਵ ਗੱਲਾਂ ਵੀ ਕਰਾਂਗੇ, ਪਰ ਪੋਜ਼ਿਟਿਵ ਚੀਜ਼ਾਂ ਦੱਸੋ ਕਿ ਇਹਦੇ ਵਿੱਚ ਜਿਵੇਂ ਤੁਹਾਨੂੰ ਆਰਕੈਸਟਰਾ ਜੋੜੀ ਕਹਿੰਦੇ ਆ ਹਨਾ, ਕੀ ਖਾਸ ਹੈ, ਕੀ ਪੋਜ਼ਿਟਿਵਿਟੀ ਹੈ, ਕਿਹੋ ਜਿਹਾ ਹੌਸਲਾ ਮਿਲਦਾ ਹੈ? ਕਿਉਂਕਿ ਜਦੋਂ ਬਾਹਰ ਨਿਕਲਦੇ ਹੋ ਤੇ ਕਈ ਵੇਲੇ ਤਾਨੇ ਸੁਣਨ ਨੂੰ ਮਿਲਦੇ ਹੋਣਗੇ, ਪਰ ਉਹ ਕਿਹੜੀ ਚੀਜ਼ ਹੈ ਜੋ ਤੁਹਾਨੂੰ ਹਾਲੇ ਵੀ ਜੋੜੀ ਬਣਾਈ ਰੱਖੀ ਹੈ? ਸਾਡੇ ਲਈ ਤਾਂ ਇਹੀ ਹੈ ਜੀ, ਸਾਨੂੰ ਰੋਟੀ ਮਿਲ ਰਹੀ ਹੈ ਇਹ ਕੰਮ ਤੋਂ। ਸਾਡੇ ਲਈ ਸਭ ਤੋਂ ਬੈਟਰ ਇਹੀ ਆ, ਜੋ ਮੰਨ ਕੇ ਚਲੋ ਨਾ, ਕਹਿੰਦੇ ਕੰਮ ਕਾਜ ਕੋਈ ਕਿਸੇ ਦਾ ਕੀਤਾ ਮਾੜਾ ਨਹੀਂ ਹੁੰਦਾ। ਜੋ ਅਸੀਂ ਇਹੀ ਖਾਣਾ ਸ਼ਾਮ ਨੂੰ, ਅਸੀਂ ਜਿੰਨਾ ਕਮਾ ਲਿਆ, ਸਾਡੀ ਫੈਮਿਲੀ ਆ, 2 ਪਰਿਵਾਰ ਨੇ ਸਾਡੇ ਹੈ ਨਾ, ਅਸੀਂ ਦੋਨਾਂ ਨੂੰ ਇਹਦੇ ਸਿਰ ਤੋਂ ਪਾਲ ਰਹੇ ਹਾਂ। ਠੀਕ ਹੈ, ਸਾਡੇ ਲਈ ਤਾਂ ਇਹੀ ਬਹੁਤ ਜ਼ਿਆਦਾ ਵੱਡੀ ਮੰਨ ਕੇ ਚਲੋ ਜਿੱਤ ਹਾਸਲ ਆ ਸਾਡੇ ਲਈ। ਪਰ ਅਸੀਂ ਇਹ ਚਾਹੁੰਦੇ ਹਾਂ ਵੀ ਇਹ ਲਾਈਨ 'ਚੋਂ ਅਸੀਂ ਕਿਉਂ, ਇਹ ਲਾਈਨ 'ਚ ਸਾਡੀ ਕਦਰ ਨਹੀਂ। ਜੇ ਇਹ ਲਾਈਨ 'ਚ ਸਾਡੀ ਕਦਰ ਹੋ ਗਈ, ਅਸੀਂ ਕਿਉਂ ਛੱਡੀਏ ਇਹ ਲਾਈਨ? ਤੇ ਬਟ ਸਾਨੂੰ ਦਿਲ ਬਹੁਤ ਕਰਦਾ ਵੀ ਇਹ ਲਾਈਨ ਛੱਡ ਕੇ ਅਸੀਂ ਵਧੀਆ ਕੋਈ ਕੰਮ ਕਰ ਲਈਏ ਹੈ ਨਾ, ਜੋਬ ਕਰ ਲਈਏ, ਪਰ ਉਹਦੇ ਲਈ ਸਾਨੂੰ ਪੈਸਾ ਵੀ ਚਾਹੀਦਾ। ਠੀਕ ਹੈ, ਕੋਈ ਬਿਜ਼ਨਸ ਵਗੈਰਾ ਕਰਨ ਲਈ ਕੁਝ ਪੈਸਾ ਚਾਹੀਦਾ ਹੈ ਨਾ, ਪਰ ਉਹਨੇ ਕਹਿਣ ਮੂੰਹ ਘਰ ਤਾਂ ਹੈ ਨਹੀਂ, ਖਾਣ ਨੂੰ ਰੋਟੀ ਨਾ ਹੋਵੇ, ਤੇ ਇਹੋ ਜਿਹਾ ਬਿਜ਼ਨਸ ਕੀ ਆਪਾਂ ਚੱਟਣਾ ਹੈ ਨਾ, ਜਿਹੜੇ 'ਚ ਆਪਾਂ ਤੋਂ ਕੁਝ ਖਾਣ ਨੂੰ ਨਾ ਮਿਲੇ। ਪਰ ਤੁਸੀਂ ਹੁਣ ਤਾਂ ਸੈਟੀਸਫਾਈ ਹੋਵੋਗੇ ਨਾ, ਕਿਉਂਕਿ ਦੇਖੋ ਜੇ ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ। ਜੇ ਤੁਹਾਨੂੰ ਲੱਗਦਾ ਹੈ ਕਿ ਮੈਂ ਵਧੀਆ ਕਰ ਰਿਹਾ, ਤਾਂ ਤੁਹਾਨੂੰ ਲੱਗਦਾ ਕਿ ਇਹ ਕੰਮ ਮਾੜਾ ਹੈ? ਨਹੀਂ, ਮੇਰੇ ਲਈ ਕੋਈ ਮਾੜਾ ਨਹੀਂ, ਪਰ ਜਿਹੜੀ ਮੰਨ ਕੇ ਚਲੋ ਸਮਾਜ ਆ, ਆਡੀਅנס ਆ, ਉਹਨਾਂ ਦੀ ਨਿਗਾਹ 'ਚ ਅਸੀਂ ਬਹੁਤ ਜ਼ਿਆਦਾ ਮਾੜੇ ਆ। ਕੱਲ ਕਿੱਥੋਂ, ਮੈਂ ਤੁਹਾਡੀ ਲੈਂਗੁਏਜ ਤੋਂ ਮੈਨੂੰ ਲੱਗਾ ਕਿ ਜਿਵੇਂ ਤੁਸੀਂ ਹਰਿਆਣੇ ਤੋਂ ਬਿਲੋਂਗ ਕਰਦੇ ਹੋ। ਤੁਸੀਂ ਹਰਿਆਣੇ ਦੇ ਹੋ? ਹਾਂਜੀ ਹਰਿਆਣੇ ਦੇ ਹੋ, ਹਾਂਜੀ, ਅੱਛਾ। ਤੇ ਮਾਤਾ ਪਿਤਾ? ਸਾਰੇ ਹਰਿਆਣੇ ਤੋਂ ਹੈ ਜੀ। ਸਾਰੇ ਹਰਿਆਣੇ हाँ जी। ਤੋਂ। ਤੇ ਉਹ ਤੁਹਾਡੇ ਨਾਲ ਰਹਿੰਦੇ ਨੇ? नहीं, साथ तो नहीं रहते, बट मतलब कि वे दूर है। मैं यहाँ पे पंजाब में इनके साथ, इनकी फैमिली के साथ रहती हूँ। ਇਨकी ਫੈਮਿਲੀ के साथ ਕਿਵੇਂ ਮੁਲਾਕਾਤ ਹੋਈ ਤੁਹਾਡੀ ਇਹਨਾਂ ਦੇ ਨਾਲ? बस काम के मैटर में, जैसे मैंने काम की ज़रूरत थी और इनको लड़की की ज़रूरत थी, तो बस एक हरियाणा तक मतलब यहाँ तक का एक ऐसा सफ़र बन गया कि इनके साथ बस अब पंजाब में रहने लगी मैं। वैसे फैमिली आती है, जाती है, मिलती भी है। ਪਤਾ ਹੈ ਉनको? हाँ जी, सबको सारा कुछ पता है। हाँ जी। ਵੀ ਮੈਂ ਜਾਨਣਾ ਚਾਹੂੰਗੀ ਕਿੱਦਾਂ ਕਾਜਲ ਦੇ ਨਾਲ ਮੁਲਾਕਾਤ ਹੋਈ, ਕਿਵੇਂ ਮਤਲਬ ਤੁਸੀਂ ਇੱਕ ਬਲਾਸਟਰ ਜੋੜੀ ਬਣ ਕੇ ਨਿਕਲੇ ਹੋ? ਅੱਜ ਤੋਂ 4-5 ਸਾਲ ਪਹਿਲਾਂ ਮੈਨੂੰ ਕਾਜਲ ਦਾ ਪਹਿਲਾ ਦੂਜਾ ਸ਼ੋਅ ਸੀਗਾ, ਉੱਥੇ ਮੈਨੂੰ ਮਿਲੇ ਇਹ, ਤੇ ਇਹਨਾਂ ਦੀ ਮੈਂ ਥਿਊਰੀ ਜਾਣੀ। ਇਹਨਾਂ ਨੇ ਮੈਨੂੰ ਕਿਹਾ, ਕਹਿੰਦੇ ਮੇਰੇ ਪਾਪਾ ਹੈ ਨਹੀਂਗੇ, ਮੇਰੇ ਪਾਪਾ ਐਕਸਪਾਇਰ ਹੋਏ ਨੇ। ਮੈਂ ਇਹਨਾਂ ਤੋਂ ਪੁੱਛਿਆ, ਮੈਂ ਤੁਸੀਂ ਕੰਮ ਕਾਹਤੋਂ ਕਰਦੇ ਹੋ, ਤੁਸੀਂ ਇੰਨੇ ਵਧੀਆ, ਤੁਸੀਂ ਸਟੱਡੀ ਕਰਦੇ ਹੋ ਹੈ ਨਾ? ਇਹਨਾਂ ਨੇ ਮੈਨੂੰ ਕਿਹਾ, ਕਹਿੰਦੇ ਮੇਰੇ 6.5 ਬੈਂਡ ਆਏ ਹੋਏ ਨੇ, ਤੇ ਮੈਂ ਆਈਲੈਟਸ ਕੀਤਾ ਸੀਗਾ ਤੇ ਸਟੱਡੀ ਵੀ ਕੀਤੀ ਸੀਗੀ। ਤੇ ਮੈਂ ਕਿਹਾ ਤੁਸੀਂ ਫਿਰ ਇਹ ਕਾਹਤੋਂ? ਕਹਿੰਦੀ ਮੇਰੀ ਫੈਮਿਲੀ 'ਚ ਮੈਨੂੰ ਵੀਕ, ਬਹੁਤ ਜ਼ਿਆਦਾ ਮੇਰੀ ਫੈਮਿਲੀ ਵੀਕ ਹੈ। ਮੈਂ ਉਹਨਾਂ ਨੂੰ ਮੰਨ ਕੇ ਚਲੋ, ਅਸੀਂ ਕਿਸ ਟਾਈਮ ਕਹਿੰਦੀ ਰੋਟੀ ਨਹੀਂ ਪਕਾਉਂਦੇ, ਸਾਡੇ ਘਰੇ ਰੋਟੀ ਬਣਦੀ ਨਹੀਂ ਸੀ, ਉਹਨਾਂ ਕਰਕੇ ਮੈਂ ਇਹ ਲਾਈਨ 'ਚ ਆਈ ਹਾਂ। ਮੈਂ ਇਹਨੂੰ ਕਿਹਾ, ਮੈਂ ਚਲੋ ਤੁਸੀਂ ਜੇ ਲਾਈਨ 'ਚ ਆਏ ਹੋ ਨਾ, ਤੁਸੀਂ ਚੰਗਾ ਪੈਸਾ ਕਮਾਓ ਇਹ ਲਾਈਨ 'ਚ ਆ ਕੇ। ਤੁਸੀਂ ਇੱਕ ਵਾਰ ਮੇਰੇ ਨਾਲ ਦੋਸਤ ਦੇ ਤੌਰ 'ਤੇ ਜਾਂ ਵੈਸੇ ਕੰਮ ਦੇ ਤੌਰ 'ਤੇ ਇੱਕ ਵਾਰ ਮੇਰੇ ਨਾਲ ਗੱਲ ਕਰੋ, ਤੁਸੀਂ ਮੇਰੇ ਕੋਲ ਕੰਮ ਕਰਨ ਲੱਗੋ। ਚਲੋ ਐਕਚੁਅਲੀ ਇਹਨਾਂ ਨੇ 1-2 ਸਾਲ ਮੈਂ ਲੈ ਆਇਆ ਇਹਨਾਂ ਨੂੰ, ਇਹਨਾਂ ਨੇ ਕੰਮ ਕੀਤਾ। ਅੱਜ ਤੋਂ 4 ਸਾਲ ਪਹਿਲਾਂ ਅਸੀਂ ਜੁੜੇ। ਉਸ ਤੋਂ ਬਾਅਦ ਅਸੀਂ ਜੋੜੀ ਦਾ ਨਾਮ ਰੱਖਿਆ ਬਲਾਸਟ। ਅਸੀਂ ਕੰਮ ਕਰਦੇ ਹੁੰਦੇ ਸੀ ਜਦੋਂ ਅਲੱਗ ਤੋਂ ਦੋਨੇ, ਸਾਨੂੰ ਲੋਕ ਕਹਿੰਦੇ ਸੀ ਆ ਤਾਂ ਯਾਰ ਬੰਬ ਨੇ, ਇਹ ਤਾਂ ਬੰਬ ਬੰਦੇ ਨੇ। ਠੀਕ ਹੈ, ਉੱਥੋਂ ਮੈਂ ਸੋਚਿਆ, ਮੈਂ ਯਾਰ ਕਿਉਂ ਨਾ ਆਪਣਾ ਨਾਮ ਬਲਾਸਟ ਜੋੜੀ ਰੱਖਿਆ ਜਾਵੇ। ਅੱਜ ਅਸੀਂ ਇੰਨਾ ਕੁ ਜ਼ਿਆਦਾ ਉਹ ਬਲਾਸਟ ਨੇ, ਇੰਨਾ ਅਸੀਂ ਕੰਮ ਵੀ ਕਰਦੇ ਹਾਂ, ਜਦੋਂ ਸਾਨੂੰ ਆਡੀਅנס ਲੋਕ ਕਹਿੰਦੇ ਨੇ ਯਾਰ ਸੱਚੀ ਤੁਸੀਂ ਤਾਂ ਬਲਾਸਟ ਕਰਦੇ ਹੋ ਜਦੋਂ ਸਟੇਜ 'ਤੇ ਆਉਂਦੇ ਆ, ਤੇ ਉੱਦਾਂ ਕਰਕੇ ਅਸੀਂ ਬਲਾਸਟ ਜੋੜੀ ਦਾ ਨਾਮ ਰੱਖ ਲਿਆ। ਜੋੜੀ ਦਾ ਤੁਸੀਂ ਨਾਮ ਰੱਖਿਆ ਹੈ। ਤੇ ਗੱਲ ਕੀਤੀ ਜਾਵੇ, ਜੇ ਜੋੜੀ ਅੱਜ ਇੱਕ ਬਣ ਚੁੱਕੀ ਹੈ, ਤੁਸੀਂ ਕੱਲ ਨੂੰ, ਅੱਜ ਜੇ ਘੱਟ ਲੋਕ ਜਾਣਦੇ ਹੋਣਗੇ, ਕੁਝ ਦਿਨ ਆਏਗਾ ਉਸ ਤੋਂ ਬਾਅਦ ਬਹੁਤ ਜ਼ਿਆਦਾ ਤੁਹਾਨੂੰ ਲੋਕ ਜਾਣਨਗੇ। ਕੱਲ ਦੀ ਮੈਂ ਇੱਕ ਇੰਟਰਵਿਊ ਸੁਣਿਆ ਸੀਗਾ, ਕੁਝ ਲੋਕਾਂ ਨੂੰ ਨਹੀਂ ਪਤਾ ਕਿ ਤੁਸੀਂ ਡਾਂਸ ਕਰਦੇ ਹੋ ਹੈ ਨਾ, ਤੁਹਾਡੇ ਵੀ ਕੁਝ ਲੋਕਾਂ ਨੂੰ ਨਹੀਂ ਪਤਾ ਹੋਏਗਾ ਕਿ ਤੁਸੀਂ ਹੈ ਨਾ ਜਾ ਕੇ ਡਾਂਸ ਕਰਦੇ ਹੋ। ਜਦੋਂ ਤੁਸੀਂ ਇੱਕ ਜੋੜੀ ਬਣ ਕੇ ਨਿਕਲੋਗੇ, ਪੂਰੀ ਦੁਨੀਆ ਤੁਹਾਨੂੰ ਜਾਣੇਗੀ, ਉਦੋਂ ਤੁਹਾਨੂੰ ਲੱਗਦਾ ਹੈ ਕਿ ਉਹ ਲੋਕ ਤੁਹਾਡੇ ਬਾਰੇ ਉਦੋਂ ਮਾੜਾ ਸੋਚਣਗੇ ਕਿ ਉਹ ਸੋਚਣਗੇ ਕਿ ਕਿਵੇਂ ਅੱਗੇ ਨਿਕਲ ਗਏ? ਇਹੀ ਗੱਲ ਰੀਅਲ ਲਾਈਫ 'ਚ ਤੁਹਾਨੂੰ ਮੈਂ ਦੱਸਦਾ, ਮੇਰੇ ਜੀਜਾ ਜੀ ਨੇ, ਠੀਕ ਹੈ, ਇਹਨਾਂ ਨੂੰ ਪਤਾ ਨਹੀਂ ਸੀ ਮੈਂ ਇਹ ਕੰਮ ਕਰਦਾ। ਠੀਕ ਹੈ, ਮੰਨ ਕੇ ਚਲੋ ਮੇਰੀ ਰਿਸ਼ਤੇਦਾਰੀਆਂ ਇੱਦਾਂ ਦੀਆਂ ਕੁਛ ਨੇ, ਮੇਰਾ ਫਰੈਂਡ ਸਰਕਲ ਸੀ, ਉਹਨਾਂ ਨੂੰ ਬਿਲਕੁਲ ਨਹੀਂ ਪਤਾ ਸੀ ਮੈਂ ਇਹ ਲਾਈਨ 'ਚ ਆ। ਕਾਜਲ ਦੀ ਰਿਸ਼ਤੇਦਾਰੀਆਂ ਨੇ ਜਿਹੜੀਆਂ, ਮੰਨ ਕੇ ਚਲੋ ਚਾਚਾ ਤਾਏ ਨੇ ਸਾਰੇ, ਉਹਨਾਂ ਨੂੰ ਕਿਸੇ ਨੂੰ ਨਹੀਂ ਪਤਾ ਵੀ ਅਸੀਂ ਇਹ ਲਾਈਫ 'ਚ ਆ। ਠੀਕ ਹੈ, ਪਰ ਇਹ ਲਾਈਫ 'ਚੋਂ ਅਸੀਂ
ਬੜੇ ਆ ਤਾਂ ਅਸੀਂ ਇਹ ਬਣ ਕੇ ਕੁਝ ਮੰਨ ਕੇ ਚਲੋ ਚਮਕਦਾ ਸਿਤਾਰਾ ਬਣਨਾ ਜਿਹਕੋ ਦੁਨੀਆ ਸਾਨੂੰ ਜਾਣੇ ਵੀ ਹਾਂ ਅਸੀਂ ਇੰਨਾ ਕੁ ਸਟਰਗਲ ਕਰਿਆ ਆਪਣੀ ਲਾਈਫ 'ਚ ਮੰਨ ਕੇ ਚਲੋ ਮੋਟਰਸਾਈਕਲਾਂ 'ਤੇ ਜਾ ਫੰਕਸ਼ਨ ਲਾਏ ਨੇ ਵੀ ਬਹੁਤ ਜ਼ਿਆਦਾ ਅਸੀਂ ਦੁੱਖ ਚੱਲੇ ਨੇ ਬਟ ਅਸੀਂ ਇਹ ਚਾਹੁੰਦੇ ਹਾਂ ਵੀ ਇੰਨਾ ਕੁ ਸਟਰਗਲ ਕਰਕੇ ਇਦੋਂ ਉੱਤੇ ਥੋੜ੍ਹਾ ਜਿਹਾ ਸਟਰਗਲ ਹੋਰ ਕਰ ਲਈਏ ਵੀ ਜਿਹਕੋ ਦੁਨੀਆ ਸਾਨੂੰ ਜਾਣਿਆ ਕਰੇ ਵੀ ਬਲਾਸਟ ਜਿਹੜੀ ਹੈਗੀ ਸੀ। ਗੁੱਸੇ 'ਚ ਕਿਉਂ ਦੇਖ ਰਹੇ ਨੇ? ਨਹੀਂ ਨਹੀਂ ਆ ਪਤਾ ਕੀ ਆ, ਮੇਰੀ ਗੱਲ ਸੁਣੋ, ਮੈਨੂੰ ਨਾ ਜਿਵੇਂ ਮੈਂ ਹਰਿਆਣੇ ਤੋਂ ਆ, ਠੀਕ ਆ, ਮੈਂ ਇੱਕ ਮੇਰੀ ਉਹਨੇ ਬੋਲੀ ਐਸੀ ਹੈ ਕਿ मतलब समर्थ बोला कि भाई एटीट्यूड है लड़की में, बहुत एटीट्यूड है, क्योंकि मेरी हरियाणवी होते ही ऐसे है। ਮੇਰੀ ਬੋਲੀ ਐਸੀ ਹੈ। ਮੈਂ ਇੰਨਾ ਵੱਲ ਗੁੱਸੇ ਨਾਲ ਨਹੀਂ ਝਾਕ ਰਹੀ ਸੀ, ਮੈਂ ਨੋਰਮਲੀ ਪਿਆਰ ਨਾਲ ਝਾਕ ਰਹੀ ਸੀ, ਮਤਲਬ ਵੈਸੇ ਦੇਖੀ ਜਾਂਦੀ ਸੀ। ਬਟ ਇਹ ਤੁਹਾਡੀ ਵੀ ਗਲਤੀ ਨਹੀਂ ਹੈਗੀ, ਮੈਨੂੰ ਸਾਰੇ ਇਦਾਂ ਕਹਿੰਦੇ ਆ ਕਿ ਬਈ ਗੁੱਸੇ ਨਾਲ ਝਾਕਦੀ ਆ, ਇਹ ਤਾਂ ਗੁੱਸੇ ਨਾਲ ਬੋਲਦੀ ਆ। ਹੁਣ ਇਹ 'ਚ ਮੇਰੀ ਗਲਤੀ ਨਹੀਂ ਹੈਗੀ, ਮੇਰਾ ਫਾਲਟ ਨਹੀਂ ਹੈਗਾ। ਬਿਲਕੁਲ ਵੀ ਜੇ ਗੱਲ ਕੀਤੀ ਜਾਵੇ ਤਾਂ ਉੱਥੇ ਮੈਂ ਲੜਕੀਆਂ ਵੇਖੀਆਂ, ਮੈਂ ਕਾਜਲ ਨਾਲ ਗੱਲ ਕੀਤੀ, ਕਾਜਲ ਇਹ ਵੀ ਤੁਹਾਡੇ ਗਰੁੱਪ ਦੇ ਨੇ, ਕਾਜਲ ਕਹਿ ਰਹੇ ਸੀਗੇ ਕਿ ਬਹੁਤ ਸਾਰੇ ਲੜਕੀਆਂ ਦੇ ਘਰੇ ਨਹੀਂ ਪਤਾ ਹੈਗਾ ਕਿ ਉਹ ਡਾਂਸ ਕਰਨ ਆਉਂਦੀਆਂ ਨੇ, ਕੁਝ ਕੁੜੀਆਂ ਨੇ ਸਕੂਲ ਕਾਲਜ ਵਾਲੇ ਬੈਗ ਚੱਕੇ ਹੋਏ ਸੀਗੇ। ਸੋ ਤੁਸੀਂ ਉਹਨਾਂ ਦੇ ਵਿਚਕਾਰ ਰਹਿੰਦੇ ਹੋ, ਕਿਹੋ ਜਿਹਾ ਤੁਹਾਨੂੰ ਲੱਗਦਾ ਕਿ ਉਹ ਕਿਹੋ ਜਿਹੀਆਂ ਮਜਬੂਰੀਆਂ ਹੋਣਗੀਆਂ ਕੁੜੀਆਂ ਇੰਨਾ ਤਿਆਰ ਹੋਣ ਤੋਂ ਬਾਅਦ, ਕਿਉਂਕਿ ਲੜਕੀਆਂ ਨੂੰ ਨਾਰਮਲੀ ਸ਼ਿੰਗਾਰ ਪਸੰਦ ਹੁੰਦਾ ਹੈ ਹਨਾ, ਉਹਨਾਂ ਨੂੰ ਮੇਕਅਪ ਪਸੰਦ ਹੁੰਦਾ ਹੈ, ਪਰ ਉਹ ਨੱਚਣ ਤੋਂ ਬਾਅਦ ਇੰਚ ਮੇਕਅਪ ਉਤਾਰਦੀਆਂ ਨੇ ਜਿਵੇਂ ਕੋਈ ਬੋਝ ਉਤਾਰਿਆ ਹੁੰਦਾ ਮੂੰਹ ਤੋਂ। ਸਾਨੂੰ ਸਾਰਾ ਦਿਨ ਇਹ ਉਲੰਘਣਾ ਜਿਹੜੀਆਂ ਮੰਨ ਕੇ ਉਲੰਘਣਾ ਹੁੰਦੀਆਂ ਨੇ ਸਾਨੂੰ ਹੈ ਨਾ ਉਹ ਝੱਲਣੀਆਂ ਪੈਂਦੀਆਂ ਨੇ ਅਤੇ ਅਸੀਂ ਆਉਂਦੇ ਹਾਂ ਫਰੈਸ਼ ਮੂਡ 'ਚ ਆ ਕੇ ਸਾਨੂੰ ਇੱਦਾਂ ਹੁੰਦਾ ਵੀ ਪਾਰਟੀ ਚੰਗੀ ਮਿਲ ਜੇ, ਪਾਰਟੀ ਚੰਗੀ ਮਿਲ ਜੇ। ਪਰ ਜੇ ਸਾਨੂੰ ਮੰਨ ਕੇ ਚਲੋ ਐਂਡ 'ਤੇ ਕੁਛ ਗਲਤ ਹਰਕਤਾਂ ਹੋਣ ਲੱਗ ਜਾਣ ਸਾਡੀਆਂ, ਉੱਦਾਂ ਸਾਨੂੰ ਇਹ ਲੱਗਦਾ ਵੀ ਰੱਬਾ ਹੁਣ ਤਾਂ ਬਸ ਡਰੈਸ ਵਗੈਰਾ ਲਾ ਦੇ ਅਤੇ ਚੱਲੀਏ ਤਾਂ ਬਸ ਨਿਕਲ ਜੀ ਉਰੋਂ। ਅਤੇ ਤੁਸੀਂ ਦੇਖਿਆ ਹੋਊਗਾ ਅਸੀਂ ਕਿੰਨਾ ਜਲਦੀ ਪੈਕਅਪ ਕਰ ਲਿਆ ਸੀ, ਜਦੋਂ ਭਾਜੀ ਦਾ ਹੁਕਮ ਹੋਇਆ ਕਹਿੰਦੇ ਪੈਕਅਪ ਕਰ ਲਓ, ਅਸੀਂ 5-4 ਮਿੰਟਾਂ 'ਚ ਪੈਕਅਪ ਕਰਕੇ ਨਿਕਲਣ ਨੂੰ ਤਿਆਰ ਹੋ ਗਏ ਸੀ ਉੱਥੋਂ ਵੀ ਸਾਡੇ ਨਾਲ ਕੁਛ ਹਰਕਤ ਨਾ ਹੋ ਜਾਏ ਇੱਦਾਂ ਦੀ। ਮੈਂ ਕੁੜੀਆਂ ਦੀ ਲਾਈਫ ਜਾਣਨਾ ਚਾਹੂੰਗੀ, ਜਿਹੜੀ ਕੁੜੀਆਂ ਉੱਥੇ ਨੱਚ ਰਹੀਆਂ ਸੀਗੀਆਂ ਜਾਂ ਹਨਾ ਜਿਹੜੀ ਕੁੜੀਆਂ ਬਹੁਤ ਕਈਆਂ ਦੇ ਘਰਾਂ 'ਚ ਵੀ ਨਹੀਂ ਪਤਾ ਹੋਏਗਾ, ਮਤਲਬ ਇਹ ਇੱਥੇ ਲਾਈਵ ਦੱਸ ਕੇ ਨਹੀਂ ਆਉਂਦੀਆਂ, ਘਰੇ ਜਾ ਕੇ ਕੀ ਕਹਿੰਦੀਆਂ ਹੋਣਗੀਆਂ ਕਿ ਅਸੀਂ ਕਿੱਥੋਂ ਆਏ ਹਾਂ, ਕੀ ਕਰਕੇ ਆਏ ਹਾਂ। ਸਾਡੀ ਲਾਈਨ 'ਚ ਜੀ ਕੁਛ ਕੁੜੀਆਂ ਦੀ ਇੰਨੀ ਕੁ ਜ਼ਿਆਦਾ ਹੱਦ ਤੱਕ ਮਜਬੂਰੀ ਹੁੰਦੀ ਆ, ਮੰਨ ਕੇ ਚਲੋ ਜਿੰਨਾ ਕੁ ਕਮਾ ਲਿਆ ਉਹਨਾਂ ਕੀ ਖਾਣਾ ਹੁੰਦਾ, ਕਿਸੇ ਦੇ ਮੰਮਾ ਪਾਪਾ ਨਹੀਂ ਹੁੰਦੇ, ਕਿਸੇ ਦਾ ਮੰਨ ਕੇ ਚਲੋ ਡਿਵੋਰਸ ਹੋਇਆ ਹੁੰਦਾ, ਕਿਸੇ ਦੇ ਬੱਚੇ ਹੋ ਕੇ ਵੀ ਡਿਵੋਰਸ ਹੋ ਜਾਂਦਾ ਗਾ, ਉਹ ਮੰਨ ਕੇ ਚਲੋ ਇੰਨੇ ਕੁ ਜ਼ਿਆਦਾ ਦੁਖੀ ਸਾਡੀ ਲਾਈਨ 'ਚ ਕੁੜੀਆਂ ਬਹੁਤ ਜ਼ਿਆਦਾ ਦੁਖੀ ਨੇ ਜਿਹੜੀਆਂ ਇੰਨਾ ਕੁ ਜ਼ਿਆਦਾ ਸਟਰਗਲ ਕਰਦੀਆਂ ਨੇ ਵੀ ਘਰੇ ਜਾ ਕੇ ਕੋਈ ਬਹਾਨਾ ਕਹਿ ਦਿੰਦੀਆਂ ਵੀ ਅਸੀਂ ਜੌਬ 'ਤੇ ਸੀ ਜਾਂ ਕੁੱਦਾਂ ਹੋਰ ਕੋਈ ਨਾ ਕੋਈ ਬਹਾਨਾ ਲੱਭ ਹੀ ਲੈਂਦੇ ਨੇ। ਔਰ ਬਜ਼ੁਰਗ ਵੀ ਬੰਦੇ ਮੈਂ ਵੇਖਿਆ ਕਿ ਉੱਥੇ ਕਿੱਦਾਂ ਕਰ ਰਹੇ ਸੀਗੇ ਕਿ ਸਾਡੇ ਨਾਲ ਆਓ। ਹਾਂਜੀ ਹਾਂਜੀ, ਬਜ਼ੁਰਗ ਵੀ ਤੁਹਾਨੂੰ ਮੈਂ ਪਹਿਲਾਂ ਆਪਦੀ ਇੰਟਰਵਿਊ 'ਚ ਕਹਿ ਕੇ ਚੁੱਕਿਆ, ਸਾਨੂੰ ਲੋਕ ਇੱਦਾਂ ਕਹਿ ਦਿੰਦੇ ਆ, ਬਜ਼ੁਰਗ ਬੰਦੇ ਵੀ ਆ ਕੇ ਕਹਿੰਦੇ ਵੀ ਉਹ ਕੁੜੀ ਦੀ ਬਾਂਹ ਫੜ ਕੇ ਨੱਚਣਾ, ਉਹਦੇ ਨਾਲ ਇਹ ਨੱਚਣਾ, ਉਹਦੇ ਨਾਲ ਇੱਦਾਂ ਡਾਂਸ ਕਰਨਾ, ਅਤੇ ਸਾਡੀ ਇੱਕ ਮਜਬੂਰੀ ਬਣ ਜਾਂਦੀ ਆ। ਉਸ ਟਾਈਮ ਅਸੀਂ ਕਿਸੇ ਨੂੰ ਕੁਝ ਕਹਿ ਨਹੀਂ ਸਕਦੇ ਹੁੰਦੇ, ਕਿਉਂ ਉਹ ਆਡੀਅנס ਹੁੰਦੀ ਆ, ਅਸੀਂ ਇੱਕ ਛੋਟੇ ਜਿਹੇ ਆਰਟਿਸਟ ਹੁੰਦੇ ਆ, ਸਾਨੂੰ ਨਹੀਂ ਪਤਾ, ਉਹਨਾਂ ਨੇ ਇਹ ਨਹੀਂ ਦੇਖਣਾ ਹੁੰਦਾ ਵੀ ਉਹ ਕਿੱਥੋਂ ਬੋਲ ਰਹੇ ਨੇ, ਗਾਲ ਕੱਢ ਕੇ ਬੋਲਣਾ ਜਾਂ ਕਿੱਦਾਂ ਹੋਰ ਬੋਲਣਾ, ਅਤੇ ਉਹ ਚੀਜ਼ ਸਾਨੂੰ ਸਹਿਣ ਕਰਨੀ ਪੈਂਦੀ ਹੈ। ਤੁਹਾਡੇ ਲਈ ਵੱਡਾ ਚੈਲੰਜ ਹੁੰਦਾ ਹੈ ਕੁੜੀਆਂ ਨੂੰ ਜਿਵੇਂ ਲੈ ਕੇ ਗਏ ਹੋ ਉੱਦਾਂ ਹੀ ਬਾਹਰ ਕੱਢਣਾ, ਉੱਦਾਂ ਹੀ ਲੈ ਕੇ ਆਉਣਾ ਸੁਰੱਖਿਅਤ। ਹਾਂਜੀ ਹਾਂਜੀ, ਹੁਣ ਮੰਨ ਕੇ ਚਲੋ ਕਾਜਲ ਆ ਹੈ ਨਾ, ਕਾਜਲ ਦੀ ਮੰਮੀ ਨਾਲ, ਕਾਜਲ ਨੂੰ ਮੈਂ ਉੱਥੋਂ ਲੈ ਕੇ ਆਇਆ ਹੋਇਆ ਨਾ, ਇਹਦੀ ਮੰਮੀ ਨਾਲ ਮੇਰੀ ਗੱਲਬਾਤ ਹੁੰਦੀ ਆ, ਉਹਨਾਂ ਨੂੰ ਪਤਾ ਵੀ ਸਾਡੀ ਗੁੜੀਆ ਦੀ ਇਹ ਸੈਲਫ ਰਿਸਪੈਕਟ ਕਿੰਨੀ ਕੁ ਕਰ ਸਕਦਾ, ਕਿੰਨੀ ਕੁ ਕੇਅਰ ਕਰ ਸਕਦਾ, ਉਹਦੇ ਕਰਕੇ ਇੰਨੀ ਕੁ ਸਾਡੀ ਜ਼ਿੰਮੇਵਾਰੀ ਹੋ ਜਾਂਦੀ ਆ ਵੀ ਜਿਵੇਂ ਅਸੀਂ ਲੈ ਕੇ ਆਉਣੇ ਆ ਨਾ ਆਰਟਿਸਟ ਨੂੰ, ਉੱਦਾਂ ਹੀ ਘਰੇ ਛੱਡਣਾ ਹੁੰਦਾ। ਕੱਲ ਤੁਸੀਂ ਇਹਨਾਂ ਦੇ ਘਰੇ ਰਹਿੰਦੇ ਹੋ, ਕਿਹੋ ਜਿਹਾ ਪਰਿਵਾਰ ਹੈ, ਚੰਗੇ ਕਰਦੇ ਨੇ, ਲੱਗਦਾ ਤਾਂ ਨਹੀਂ ਕਿ ਕਿਸ ਨਜ਼ਰ ਦੇ ਨਾਲ, ਕਿਉਂਕਿ ਮਾਪਿਆਂ ਨੂੰ ਬੜਾ ਜ਼ਿਆਦਾ ਹੁੰਦਾ ਹੈ ਨਾ ਕਿ ਉਹਨਾਂ ਦਾ ਬੱਚਾ ਕੀ ਕੰਮ ਕਰ ਰਿਹਾ, ਤਾਂ ਤੁਹਾਡੇ ਇਹਨਾਂ ਦੇ ਘਰਦਿਆਂ ਨੂੰ ਤਾਂ ਸਾਰਾ ਕੁਝ ਪਤਾ ਹੈ, ਕਿਹੋ ਜਿਹਾ ਵਿਵਹਾਰ ਹੁੰਦਾ ਹੈ ਉਦੋਂ। ਪਿਛਲੇ ਜਿਹੜੀ ਸਾਡੀ ਇੰਟਰਵਿਊ ਹੋਈ ਸੀਗੀ ਬਿੱਟੂ ਵੀਰੇ ਨਾਲ, ਤੁਸੀਂ ਉਹ 'ਚ ਦੇਖਿਆ ਵੀ ਹੋਣਾ, ਇਹਨਾਂ ਦੀ ਫੈਮਿਲੀ ਬਹੁਤ ਵਧੀਆ ਆ ਗਈ, ਨਹੀਂ ਤਾਂ ਮੇਰੇ ਹਿਸਾਬ ਨਾਲ ਕੋਈ ਕਿਸੇ ਨੂੰ ਸਪੋਰਟ ਨਹੀਂ ਕਰਦਾ ਕਿ ਬਈ ਸਾਡੇ ਮੁੰਡੇ ਨਾਲ ਕੁੜੀ ਕੰਮ ਕਰਦੀ ਆ, ਬਟ ਉਹ ਜਿਵੇਂ ਇਹਦਾ ਕਰਦੇ ਨਾ ਉਵੇਂ ਹੀ ਮੇਰਾ ਕਰਦੇ ਆ। ਉਹ ਮੈਨੂੰ ਮਤਲਬ ਕਿ ਚਲੋ ਮੇਰੀ ਮਾਂ ਤਾਂ ਖੈਰ ਮਾਂ ਹੀ ਆ ਹੈ ਨਾ, ਬਟ ਇਹਨਾਂ ਦੀ ਮੰਮੀ ਮੈਨੂੰ ਆਪਣੀ ਮੰਮੀ ਤੋਂ ਘੱਟ ਨਹੀਂ ਹੈਗੇ, ਕਿਉਂਕਿ ਮੇਰੀ ਇੰਨੀ ਇੱਜ਼ਤ ਕਰਦੇ ਆ, ਤਾਂ ਹੀ ਮੈਂ ਵੀ ਉਹਨਾਂ ਦੀ ਬਹੁਤ ਇੱਜ਼ਤ ਕਰਦੀ ਹਾਂ। ਤੁਸੀਂ ਦੇਖਿਆ ਵੀ ਹੋਣਾ ਆਈ ਥਿੰਕ। ਪਰ ਤੁਹਾਡੀ ਲਾਈਫ ਜਦੋਂ ਘਰਦਿਆਂ ਨੂੰ ਪਤਾ ਲੱਗ ਗਿਆ, ਲੋਕ ਤੁਹਾਨੂੰ ਜਾਣਨ ਲੱਗ ਗਏ, ਥੋੜੀ ਈਜ਼ੀ ਹੋ ਗਈ ਹੈ ਹਨਾ, ਪਰ ਕੀ ਇਹ ਲਾਈਨ ਅਸਲ 'ਚ ਈਜ਼ੀ ਹੈਗੀ ਹੈ? ਬਹੁਤ ਜ਼ਿਆਦਾ ਈਜ਼ੀ ਨਹੀਂ, ਅਸੀਂ ਮੰਨਦੇ ਆ ਨਾ, ਲੋਕ ਕਹਿੰਦੇ ਆ ਸਾਨੂੰ ਵੀ ਤੁਸੀਂ ਇੱਦਾਂ ਕਰਦੇ ਹੋ, ਐਸ਼ਪ੍ਰਸਤੀ ਕਰਦੇ ਹੋ, ਨਜ਼ਾਰੇ ਲੈਂਦੇ ਹੋ, ਚੰਗਾ ਖਾਣੇ ਪੀਂਦੇ ਹੋ, ਸਾਨੂੰ ਪਤਾ ਵੀ ਸਾਨੂੰ ਇਹ ਲਾਈਨ 'ਚ ਕਿੰਨਾ ਕੁ ਜ਼ਿਆਦਾ ਸਟਰਗਲ ਕਰਨਾ ਪੈਂਦਾ। ਅਸੀਂ ਸਵੇਰੇ ਉੱਠਦੇ ਹਾਂ, ਘਰੋਂ ਆਉਣੇ ਆ, ਪੈਲਸ ਆਉਣੇ ਆ, ਠੀਕ ਹੈ, ਪੈਲਸ ਆ ਕੇ ਅਤੇ ਇੱਥੇ ਜਲਦੀ ਤਿਆਰ ਹੋਣਾ ਪੈਂਦਾ ਹੈ ਨਾ, ਤਿਆਰ ਹੋ ਕੇ ਚਲੋ ਕੰਮ ਕਰਨਾ ਪੈਂਦਾ, ਅਤੇ ਕੁਛ ਖਾਣ ਨੂੰ ਨਹੀਂ ਮਿਲਿਆ ਸਾਰਾ ਦਿਨ ਭੁੱਖਾ ਰਹਿਣਾ ਪੈਂਦਾ, ਭੁੱਖਾ ਰਹਿ ਕੇ ਉਸ ਤੋਂ ਬਾਅਦ ਸਾਨੂੰ ਜੇ ਕੋਈ ਬਦਤਮੀਜ਼ੀ ਕਰਨ ਵਾਲਾ ਮਿਲ ਜੇ ਹੈ ਨਾ,
ਅਸੀਂ ਉਹਨੂੰ ਇੰਨਾ ਕੁ ਜ਼ਿਆਦਾ ਸਹਿਣਾ ਪੈਂਦਾ ਸਾਨੂੰ, ਜੋ ਬੰਦਾ ਸਾਨੂੰ 10 ਗਾਲਾਂ ਵੀ ਕੱਢ ਜੇ ਨਾ ਤਾਂ ਉਹ ਸਹਿਣੀਆਂ ਪੈਂਦੀਆਂ ਨੇ। ਠੀਕ ਹੈ, ਇਹ ਲਾਈਫ ਈਜ਼ੀ ਨਹੀਂ, ਸਾਡੀ ਸਟਰਗਲ ਬਹੁਤ ਹੈ ਲਾਈਫ 'ਚ, ਬਹੁਤ ਜ਼ਿਆਦਾ ਦੁੱਖ ਨੇ, ਪਰ ਸਾਨੂੰ ਝੱਲਣੇ ਪੈਂਦੇ ਨੇ। ਕਿਉਂ ਝੱਲਣੇ ਪੈਂਦੇ? ਅਸੀਂ ਸਾਡੀ ਕਿੱਤਾ ਇਹ ਰੁਚੀ ਆ, ਅਸੀਂ ਜੇ ਇਹਨੂੰ ਮਾੜਾ ਕਹਾਂਗੇ ਸਾਨੂੰ ਰੱਗ ਭੰਗ ਨਹੀਂ ਲਾਊਗੀ ਇਹ। ਡਾਂਸ ਤੋਂ ਇਲਾਵਾ ਕੋਈ ਹੋਰ ਸ਼ੌਂਕ ਰੱਖਦੇ ਹੋ? ਸ਼ੌਂਕ ਤਾਂ ਬਹੁਤ ਪਾਲੇ ਨੇ ਯਾਰ, ਪਰ ਜਿਹੜਾ ਸੁਪਨਾ ਪੂਰਾ ਨਾ ਹੋਵੇ ਉਹਨੂੰ ਦੇਖਣ ਦਾ। ਵੀ ਕਿਹੋ ਜਿਹੇ ਸ਼ੌਂਕ ਰੱਖਦੇ ਹੋ? ਸ਼ੌਂਕ ਗਾਉਣ ਦਾ ਨਹੀਂ, ਵੈਸੇ ਮੇਰਾ ਲਾਈਫ 'ਚ ਭੰਗੜਾ ਹੀ ਸੀ ਸ਼ੌਂਕ, ਤੇ ਹੁਣ ਮਜਬੂਰੀ ਦੀ ਥਾਂ ਕਿੱਤਾ ਬਣ ਚੁੱਕਿਆ। ਠੀਕ ਹੈ, ਕਿੱਤਾ ਬਣ ਕੇ ਅਸੀਂ ਇਹ ਚਾਹੁੰਦੇ ਹਾਂ ਵੀ ਅਸੀਂ ਚੰਗੇ ਜੌਬ ਤੇ ਲੱਗੇ ਹੋਈਏ, ਵਧੀਆ ਸਾਡੀ ਲਾਈਫ ਹੋਵੇ। ਠੀਕ ਹੈ, ਤੇ ਇਹਨਾਂ ਦੇ ਮੰਮੀ ਪਾਪਾ ਖੁਸ਼ ਰਹਿਣ। ਇਹਨਾਂ ਦੇ ਇਸ ਟਾਈਮ ਘਰ ਨਹੀਂ ਹੈਗਾ, ਮੈਂ ਇਹ ਚਾਹੁੰਦਾ ਕਾਜਲ ਵੀ ਵਧੀਆ ਸੈੱਟ ਹੋ ਕੇ ਬੈਠੀ ਹੋਵੇ ਆਪਣੇ ਘਰ, ਆਪਣੇ ਮੰਮੀ ਨੂੰ ਸਹੀ ਸੈੱਟ ਕੀਤਾ ਹੋਵੇ, ਮੈਂ ਆਪਣੇ ਮਾਂ-ਬਾਪ ਨੂੰ ਸੈੱਟ ਕਰਾ ਹੋਵਾਂ, ਹੈ ਨਾ। ਮੈਂ ਚਾਹੁੰਦਾ ਵੀ ਮਿਹਨਤ ਵਾਲਾ ਕੰਮ ਮਿਲ ਜੇ, ਕੋਈ ਵੀ ਮਿਲ ਜੇ, ਅਸੀਂ ਕਰਨ ਨੂੰ ਤਿਆਰ ਹਾਂ। ਕਾਜਲ ਇਹ 'ਚ ਮਿਹਨਤ ਘੱਟ ਲੱਗਦੀ ਹੈ? ਨਹੀਂ, ਮਿਹਨਤ ਬਹੁਤ ਲੱਗਦੀ ਆ, ਬਟ ਪਤਾ ਕੀ ਅਸੀਂ ਐਂ ਚਾਹੁੰਦੇ ਆ ਕਿ ਜਿਵੇਂ ਅਸੀਂ ਕਰਦੇ, ਜਿੰਨਾ ਅਸੀਂ ਕਰਦੇ ਹਾਂ ਸਾਨੂੰ ਕਿਸੇ ਦੀ ਹੈਲਪ ਨਹੀਂ ਚਾਹੀਦੀ। ਬਸ ਸਾਡੀ ਜਿਵੇਂ ਅਸੀਂ ਕੰਮ ਕਰਦੇ ਸਾਨੂੰ ਦੇਖ ਕੇ ਲੋਕ ਸਾਨੂੰ ਰਿਸਪੈਕਟ ਦੇਣ ਕਿ ਬਈ ਜਿਵੇਂ ਤੁਸੀਂ ਸੋਚਦੇ ਹੋ ਨਾ ਕਿ ਪੰਜ ਉਂਗਲ ਇੱਕ ਸਰ ਨਹੀਂ ਹੁੰਦੀ ਆ। ਠੀਕ ਹੈ, ਜਿਵੇਂ ਸਾਡੇ ਨਾਲ ਹੁੰਦਾ, ਇਕੱਲੀ ਮੇਰੇ ਨਾਲ ਨਹੀਂ, ਸਾਰੀ ਕੁੜੀਆਂ ਨਾਲ ਹੀ ਇੱਦਾਂ ਹੁੰਦਾ। ਜਿਵੇਂ ਤੁਸੀਂ ਕਈ ਵਾਰ ਦੇਖਿਆ ਹੋਣਾ, ਕਈ ਕੁੜੀਆਂ ਗਲਤ ਵੀ ਹੁੰਦੀਆਂ ਨੇ, ਲੇਕਿਨ ਸਾਰੀ ਕੁੜੀਆਂ ਗਲਤ ਨਹੀਂ ਹੁੰਦੀ। ਜਿਵੇਂ ਤੁਸੀਂ ਸਾਰੀ ਕੁੜੀਆਂ ਨੂੰ ਗਲਤ ਨਿਗਾਹ ਨਾਲ ਹੀ ਦੇਖੋ। ਬਸ ਹਾਂ, ਬਸ ਇੱਕ ਗੱਲ ਤਾਂ ਹੈਗੀ ਆ, ਜਿਹੜੀ ਪਿਛਲੀ ਸਾਡੀ ਇੰਟਰਵਿਊ ਹੋਈ ਸੀਗੀ ਉਹਦੇ ਨਾਲ ਸਾਨੂੰ ਪਿਆਰ ਮਿਲਣ ਲੱਗ ਗਿਆ। ਬਿਲਕੁਲ, ਸੋ ਪਿਆਰ ਮਿਲਣਾ ਵੀ ਚਾਹੀਦਾ ਹੈ, ਕਿਉਂਕਿ ਤੁਸੀਂ ਕੁਝ ਗਲਤ ਕੰਮ ਨਹੀਂ ਕਰ ਰਹੇ ਹੋ, ਚੋਰੀ ਨਹੀਂ ਕਰ ਰਹੇ ਹੋ, ਜਾਂ ਜਿਸਮ ਫਰੋਸ਼ੀ ਨਹੀਂ ਕਰ ਰਹੇ ਹੋ, ਤੁਸੀਂ ਕੰਮ ਕਰ ਰਹੇ ਹੋ, ਮਿਹਨਤ ਕਰ ਰਹੇ ਹੋ। ਮਿਹਨਤ ਜੇ ਕਰਦਾ ਹੈ ਤਾਂ ਉਹਦਾ ਮੁੱਲ ਵੀ ਪੈਂਦਾ ਹੈ, ਤਾਂ ਤੁਹਾਨੂੰ ਵੀ ਜੋ ਹੈ ਮਿਹਨਤ ਦਾ ਮੁੱਲ ਇੱਕ ਨਾ ਇੱਕ ਦਿਨ ਜ਼ਰੂਰ ਮਿਲੇਗਾ। ਸੋ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਗੱਲਬਾਤ ਕੀਤੀ ਸਾਡੇ ਨਾਲ। ਇੰਝ ਹੀ ਡਟੇ ਰਹੋ ਅਤੇ ਕੰਮ ਕਰਦੇ ਰਹੋ। ਬਹੁਤ ਬਹੁਤ ਸ਼ੁਕਰੀਆ।